सतनाम धन वाहेगुरु। हम अंधुले अंध बिखै बिखराते, क्यों चाले गुर की चाली। सतगुर दया करे सुख दाता, हम लावे आपन पाली। गुर सिख मीत चलो गुर चाली। जो गुर कहे सोई फल मानो, हर हर कथा निराली। दंडोत बंदन अनेक बार, सर्व कला समरथ। डोलन ते राखो प्रभु, राखो प्रभु। नानक दे कर हाथ। परम सत्कार योग, परम सन्मान योग, जबर छतर तख्त दे मालिक, धन धन गुरु ग्रंथ साहिब जी महाराज, तिन्हां दी पावन पवित्र हजूरी दे विच बाला प्रीतम धन धन गुरु हरकृष्ण जी महाराज, तिन्हां वल्लों वरसोए हुए अस्थान ते जुड़ बैठे सतसंगी जनों आओ। सब तो पहला धन धन गुरु गोबिंद सिंह जी महाराज, तिन्हां वल्लों बख्शिश फतेह दे नाल रल मिल के सांझ पाइए जी। वाहिगुरु जी का खालसा, वाहिगुरु जी की फतेह। अज दा जो शब्द है जिसकी आपां सारियां ने रल मिल के विचार करनी है, उस शब्द दे पावन पवित्र बोल आप जी ने इस स्थान दे बहुत ही सत्कारयोग हैड ग्रंथी सिंह साहिब भाई साहब भाई रणजीत सिंह जी तो आप जी ने सरवण कीते हैं। ये जो अज दे जो बोल हैं, अज दा जो हुक्म है, अज दा जो शब्द है, ये धन धन गुरु रामदास जी महाराज की उस्तत दे विच उचारिया होया भट्ट कलसहार जी की पावन पवित्र रसना तो उचारिया होया इस सवैया, जिसका नंबर 12वां नंबर है। धन धन गुरु रामदास जी महाराज की उस्तत दे विच भट्ट साहिबाना ने 60 सवैये उचारे हैं। कुल सवैया की गिनती 123 है। ये आप जी दास तो पहला बहुत सारे विद्वानों तो आप जी सुन चुके हो। सिर्फ मैं एक गल करना चाहांगा, कदी भट्ट साहिबाना दा नज़रिया देखियो, उन्हां दी शरधा देखियो, उन्हां दी भावना देखियो, उन्हां दा अंदर दा जिहड़ा अनुभवी ज्ञान है, क्योंकि अज दे सवैये दे विच अनुभवी ज्ञान की भी गल आ रही है। उन्हां दा अनुभवी ज्ञान देखियो, उन्होंने किस तरीके दे नाल पंज गुरु साहिबाना दी सिफत और सलाह दे विच उन्होंने जो रचना है, जो बोल है, जो बाणी है, उन्होंने उचारी है, जिन्होंने धन धन गुरु अर्जुन देव जी महाराज ने उन्हां दे शब्दां नूं गुरु का दर्जा दे दिता है। धन धन गुरु रामदास जी महाराज का जदों आपां जीवन देखते हाँ
ਤੇ ਉਹਨਾਂ ਦਾ ਜੀਵਨ ਦੀ ਸ਼ੁਰੂਆਤ ਹੋ ਰਹੀ ਹੈ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਤੇ ਇੱਥੋਂ ਚਲਦਿਆਂ ਚਲਦਿਆਂ ਸਿਖਰ ਕੀ ਹੈ? ਸਿਖਰ ਉਹਨਾਂ ਦਾ ਇਹ ਹੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਇਹ ਉਹਨਾਂ ਦਾ ਸਿਖਰ ਹੈ। ਸ਼ੁਰੂਆਤ ਹੋ ਰਹੀ ਹੈ ਹਮ ਰੁਲਤੇ ਫਿਰਤੇ ਤੋਂ, ਤੇ ਬੈਠੇ ਹਨ ਸਿੰਘਾਸਨ ਤੇ ਬੈਠਾ ਸੋਢੀ ਪਾਤਸ਼ਾਹ। ਪਾਤਸ਼ਾਹ ਬਣ ਕੇ ਉਹ ਬਿਰਾਜਮਾਨ ਹੋਏ ਹਨ। ਇਹ ਉਹਨਾਂ ਦਾ ਸਿਖਰ ਹੈ। ਅੱਜ ਦਾ ਜੋ ਸਵਈਆ ਉਹਦੇ ਵਿੱਚ ਪਟ ਸਹਿਬਾਨ 4 ਪੰਕਤੀਆਂ ਹਨ ਇਸ ਸਵਈਏ ਦੀਆਂ, ਲੇਕਿਨ 4 ਪੰਕਤੀਆਂ ਦੇ ਵਿੱਚ ਪਟ ਸਹਿਬਾਨਾਂ ਦੀ ਜਿਹੜੀ ਕਲਮ ਹੈ ਨਾ, ਉਸ ਕਲਮ ਨੇ ਬਾਕਮਾਲ ਗੁਰੂ ਰਾਮਦਾਸ ਜੀ ਮਹਾਰਾਜ ਦੀ ਸਿਫਤ ਕੀਤੀ ਹੈ। ਪਹਿਲੀ ਪੰਕਤੀ ਹੈ, ਸਤਿਗੁਰ ਖੇਮਾ ਤਾਣਿਆ ਜੁਗ ਜੂਥ ਸਮਾਨੇ। ਸਤਿਗੁਰ ਖੇਮਾ ਤਾਣਿਆ, ਇਸ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਜ਼ਰਾਂ ਦੇ ਸਾਹਮਣੇ ਇੱਕ ਰਾਜੇ ਦਾ ਦਰਬਾਰ, ਉਹਦਾ ਦ੍ਰਿਸ਼ ਲੈ ਕੇ ਆਨਾ। ਇੱਕ ਰਾਜਾ ਆਪਣੇ ਸਿੰਘਾਸਨ ਤੇ ਬੈਠਾ ਹੁੰਦਾ, ਜਿਹੜਾ ਦੁਨਿਆਵੀ ਰਾਜਾ ਹੈ। ਉਹਦੇ ਸਿਰ ਦੇ ਉੱਪਰ ਚੰਦੋਵਾ ਜਾਂ ਚਾਨਣੀ ਹੈ, ਉਹ ਲੱਗੀ ਹੋਈ ਹੈ, ਤੇ ਉਹਦੇ ਆਸੇ ਪਾਸੇ ਉਹਦੇ ਦਰਬਾਰ ਦੇ ਵਿੱਚ ਉਹਦੇ ਜਿਹੜੇ ਮੰਤਰੀ ਹਨ ਜਾਂ ਸੰਤਰੀ ਹਨ ਜਾਂ ਆਪਾਂ ਚੌਬਦਾਰ ਕਹਿ ਰਹੀਏ, ਉਹਨਾਂ ਦੇ ਹੱਥ ਦੇ ਵਿੱਚ ਕੋਈ ਨਾ ਕੋਈ ਹਥਿਆਰ ਹੈ। ਤੇ ਆਮ ਤੌਰ ਤੇ ਦੇਖਿਆ ਜਾਂਦਾ ਵੀ ਉਹਨਾਂ ਦੇ ਹੱਥ ਵਿੱਚ ਨੇਜਾ ਹੈ। ਨੇਜਾ ਉਹਨਾਂ ਦੇ ਹੱਥ ਵਿੱਚ ਹੁੰਦਾ ਹੈ। ਜਦੋਂ ਦਰਬਾਰ ਦੇ ਵਿੱਚ ਐਂਟਰ ਕਰਦਾ ਉਹ ਰਾਜਾ, ਤੇ ਉਹ ਜਿਹੜੇ ਉਹਨਾਂ ਦੇ ਚੌਬਦਾਰ ਹਨ, ਉਹ ਨੇਜਾ ਉਹਨਾਂ ਦੇ ਹੱਥ ਵਿੱਚ ਹੈ ਤੇ ਉਹ ਉਹਨੂੰ ਸਲਾਮ ਕਰਦੇ ਹਨ। ਉਸ ਤੋਂ ਬਾਅਦ ਉਸ ਰਾਜੇ ਨੂੰ ਜਿਹੜਾ ਆਸਰਾ ਹੈ, ਉਹ ਆਸਰਾ ਹੈ ਆਪਣੀ ਫੌਜ ਦਾ, ਜਿਹੜੀ ਉਹਦੀ ਸੈਨਾ ਹੈ, ਉਹਦਾ ਆਸਰਾ ਹੈ। ਹੁਣ ਤੁਸੀਂ ਥੋੜਾ ਜਿਹਾ ਇੱਥੇ ਦੇਖਿਓ, ਇੱਕ ਰਾਜੇ ਨੂੰ ਸਿੰਘਾਸਨ ਤੇ ਪਹੁੰਚਣ ਤੱਕ ਪਤਾ ਨਹੀਂ ਕਿੰਨਿਆਂ ਦੇ ਕਤਲ ਕਰਨੇ ਪੈਂਦੇ ਹਨ। ਉਸ ਜਿਸ ਚੰਦੋਵੇ ਦੇ ਹੇਠਾਂ ਉਹ ਰਾਜਾ ਬੈਠਾ ਹੋਇਆ ਹੈ, ਉਹ ਜਿਹੜਾ ਚੰਦੋਏ ਦਾ ਜਿਹੜਾ ਕੱਪੜਾ ਹੈ, ਜੇ ਅਸੀਂ ਉਹਨੂੰ ਦੂਸਰੀ ਨਿਗਾਹ ਨਾਲ ਇੱਕ ਦਿਵ ਦ੍ਰਿਸ਼ਟੀ ਨਾਲ ਦੇਖੀਏ, ਤੇ ਉਹਦਾ ਜਿਹੜਾ ਕੱਪੜਾ ਹੈ, ਪਤਾ ਨਹੀਂ ਕਿੰਨੀਆਂ ਜਨਤਾ ਦਾ ਕਤਲ ਕਰਕੇ ਉਹਨਾਂ ਦੀ ਚਮੜੀ ਉਧੇੜ ਕੇ, ਉਹਨਾਂ ਚਮੜੀ ਨੂੰ ਉਧੇੜ ਕੇ ਉਹਨੂੰ ਬੁਣ ਕੇ ਉਹਦਾ ਚੰਦੋਵਾ ਬਣਿਆ ਹੈ। ਇੱਕ ਰਾਜੇ ਦੀ ਗੱਲ ਕਰ ਰਹੇ ਹਾਂ, ਦੁਨਿਆਵੀ ਰਾਜਾ, ਕਿਉਂਕਿ ਰਾਜੇ ਦੇ ਸਿਰ ਦੇ ਉੱਪਰ ਵੀ ਚੰਦੋਵਾ, ਤੇ ਇੱਥੇ ਪਟ ਸਾਹਿਬਾਨ ਕਹਿ ਰਹੇ ਹਨ ਕਿ ਗੁਰੂ ਰਾਮਦਾਸ ਜੀ ਮਹਾਰਾਜ ਨੇ ਵੀ ਇੱਕ ਚੰਦੋਵਾ ਤਾਣਿਆ ਹੈ। ਵੈਸੇ ਚੰਦੋਵੇ ਦੀ ਗੱਲ ਜੇਕਰ ਦੇਖਿਆ ਜਾਵੇ, ਰਾਮਕਲੀ ਕੀ ਵਾਰ ਬਾਬਾ ਸੱਤਾ ਜੀ ਤੇ ਬਾਬਾ ਬਲਵੰਡ ਜੀ ਦੀ ਬਾਣੀ ਦੇ ਵਿੱਚ ਜਦੋਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸਿਫਤ ਕਰਦੇ ਹਨ, ਤੇ ਉਹ ਵੀ ਕਹਿੰਦੇ ਹਨ, ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚੰਦੋਵਾ। ਉਗ ਬਨੋ ਤੇ ਆਥ ਬਨੋ ਚੋ ਚੱਕੀ ਕੀਨ ਲੋਵਾ। ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਸਿੰਘਾਸਨ ਤੇ ਬੈਠੇ ਹਨ, ਉਹਨਾਂ ਦੇ ਸਿਰ ਦੇ ਉੱਪਰ ਵੀ ਚੰਦੋਵਾ ਹੈ। ਲੇਕਿਨ ਉਹ ਚੰਦੋਵਾ ਕਿਹੜਾ ਹੈ? ਉਹ ਚੰਦੋਵਾ ਹੈ ਸਾਧ ਸੰਗਤ ਜੀ ਬਖਸ਼ਿਸ਼ ਰੂਪੀ ਚੰਦੋਵਾ। ਉਹ ਚੰਦੋਵਾ ਹੈ ਸਿਫਤ ਤੇ ਸਲਾਹ ਦਾ ਚੰਦੋਵਾ। ਫਿਰ ਦੁਬਾਰਾ ਉੱਥੇ ਆਈਏ, ਰਾਜੇ ਦੇ ਚੰਦੋਵੇ ਦੇ ਵਿੱਚੋਂ ਤੁਹਾਨੂੰ ਕੀ ਮਿਲੇਗਾ? ਤੁਹਾਨੂੰ ਮਿਲੇਗਾ ਖੁਦੀ ਬਖੀਲੀ ਤਕੱਬਰੀ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਗਮਨ ਦੇ ਵਾਸਤੇ ਉਹਨਾਂ ਦੀ ਵਾਰ ਹੈ। ਉਸ ਰਾਜੇ ਦੇ ਚੰਦੋਵੇ ਚੋਂ ਤੁਹਾਨੂੰ ਮਿਲੇਗੀ ਨਫ਼ਰਤ, ਖੁਦੀ ਬਖੀਲੀ ਤਕੱਬਰੀ। ਲੇਕਿਨ ਇੱਕ ਚੰਦੋਵਾ ਜਿਹੜਾ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਤਾਣਿਆ ਹੋਇਆ, ਉਸ ਚੰਦੋਵੇ ਦੇ ਵਿੱਚੋਂ ਤੁਹਾਨੂੰ ਮਿਲੇਗਾ ਸੱਤ, ਤੁਹਾਨੂੰ ਮਿਲੇਗਾ ਸੰਤੋਖ, ਤੁਹਾਨੂੰ ਮਿਲੇਗੀ ਦਇਆ, ਤੁਹਾਨੂੰ ਮਿਲੇਗਾ ਧਰਮ, ਤੇ ਤੁਹਾਨੂੰ ਮਿਲੇਗਾ ਧੀਰਜ। ਇਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਚੰਦੋਵਾ। ਇਹ ਦੋਵਾਂ ਚੰਦੋਵਿਆਂ ਦੇ ਵਿੱਚ ਫਰਕ ਹੈ। ਹੁਣ ਗੁਰੂ ਰਾਮਦਾਸ ਜੀ ਮਹਾਰਾਜ ਨੇ ਚੰਦੋਵਾ ਤਾਣਿਆ ਹੋਇਆ ਬਖਸ਼ਿਸ਼ ਦਾ, ਗੁਰੂ ਰਾਮਦਾਸ ਜੀ ਮਹਾਰਾਜ ਨੇ ਚੰਦੋਵਾ ਤਾਣਿਆ ਹੋਇਆ ਸਿਫਤੋ ਸਲਾਹ ਦਾ। ਦੋਨੋਂ ਪੱਖ ਆਪਾਂ ਲੈ ਕੇ ਚੱਲਾਂਗੇ, ਕਿਉਂਕਿ
ਬਖਸ਼ਿਸ਼ ਰੂਪੀ ਚੰਦੋਵੇ ਦੀ ਗੱਲ ਵੀ ਵਿਦਵਾਨਾਂ ਨੇ ਕੀਤੀ ਹੈ ਔਰ ਸਿਫਤ ਸਲਾਹ ਬਖਸ਼ ਰੂਪੀ ਚੰਦੋਵੇ ਦੀ ਗੱਲ ਵੀ ਕੀਤੀ ਹੈ। ਦੋਨਾਂ ਦੇ ਆਪਾਂ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਚੋਂ ਲਵਾਂਗੇ। ਮਹਾਰਾਜ ਫਰਮਾਉਂਦੇ ਸਤਿਗੁਰ ਖੇਮਾ ਤਾਣਿਆ ਜੁਗ ਜੂਥ ਸਮਾਨੇ। ਉਹ ਹੁਣ ਜਿਹੜਾ ਰਾਜਾ ਨਾ, ਉਹ ਰਾਜਾ ਕਹਿੰਦਾ ਕਿ ਇਸ ਚੰਦੋਵੇ ਦੇ ਕਰਕੇ, ਇਸ ਸੈਨਾ ਦੇ ਕਰਕੇ, ਇਸ ਨੇਜਿਆਂ ਦੇ ਕਰਕੇ ਜਿਹੜੀ ਸਾਰੀ ਪ੍ਰਜਾ ਹੈ ਉਹ ਮੇਰੇ ਵੱਲ ਹੋਵੇ। ਲੇਕਿਨ ਗੁਰੂ ਸਾਹਿਬ ਜੀ ਇਸ ਜਿਹੜਾ ਜੁਗ ਜੂਥ ਸਮਾਨੇ, ਇਹ ਪ੍ਰਜਾ ਆਪਣੇ ਵੱਲ ਤਾਂ ਕਰਨਾ, ਆਪਣੇ ਵੱਲ ਨਹੀਂ ਕਰਨਾ ਚਾਹੁੰਦੇ। ਕਹਿਣ ਤੋਂ ਭਾਵ ਉਹਨਾਂ ਨੂੰ ਪਰਮਾਤਮਾ ਦੀ ਸਿਫਤ ਔਰ ਸਲਾਹ ਦੇ ਨਾਲ ਜੋੜਨਾ ਚਾਹੁੰਦੇ ਹਨ। ਜੁਗ ਜੂਥ ਸਮਾਨੇ ਸਾਰੇ ਜਿਹੜੇ ਜੀਵ ਜੰਤੂ ਹਨ ਉਹ ਪਰਿਪੂਰਨ ਪਰਮਾਤਮਾ ਦੀ ਸਿਫਤ ਔਰ ਸਲਾਹ ਦੇ ਵਿੱਚ ਜੁੜਨ, ਇੱਕ ਓੰਕਾਰ ਦੀ ਸਿਫਤ ਦੇ ਵਿੱਚ ਜੁੜਨ, ਨਾ ਕਿ ਉਹ ਮੇਰੇ ਨਾਲ ਜੁੜਨ। ਇਹ ਗੁਰੂ ਨਾਨਕ ਦੇ ਘਰ ਦਾ ਫਲਸਫਾ ਹੈ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਿਤਨੇ ਵੀ ਅਵਤਾਰ ਆਏ, ਮੈਂ ਬਹੁਤ ਵਾਰ ਬੇਨਤੀ ਕੀਤੀ, ਉਹਨਾਂ ਨੇ ਲੋਕਾਈ ਨੂੰ ਆਪਣੇ ਪੈਰਾਂ ਦੇ ਨਾਲ ਜੋੜਿਆ, ਲੇਕਿਨ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲੋਕਾਈ ਨੂੰ ਨਿਰੰਕਾਰ ਦੇ ਨਾਲ ਜੋੜਿਆ। ਬਾਰ ਬਾਰ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ। ਤੁਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਕੇ ਦੇਖ ਲਓ, ਕਿਤੇ ਵੀ ਗੁਰੂ ਨਾਨਕ ਦੇਵ ਜੀ ਬਾਣੀ ਦੇ ਵਿੱਚ ਇਹ ਨਹੀਂ ਆ ਰਿਹਾ ਕਿ ਆਓ ਮੇਰੇ ਪੈਰਾਂ ਨੂੰ ਹੱਥ ਲਾਓ ਜਾਂ। ਖੈਰ, ਮੈਂ ਜਿਹੜੀ ਬੇਨਤੀ ਕਰਨਾ ਚਾਹੁੰਦਾ, ਹੁਣ ਇੱਥੇ ਸ਼ਬਦ ਆ ਰਿਹਾ ਸਤਿਗੁਰ ਖੇਮਾ ਤਾਣਿਆ ਜੁਗ ਜੂਥ ਸਮਾਨੇ ਅਨ ਭਉ ਨੇਜਾ। ਅਨ ਭਉ ਨੇਜਾ। ਹੁਣ ਗੁਰੂ ਰਾਮਦਾਸ ਜੀ ਮਹਾਰਾਜ ਕੋ ਨੇਜਾ ਕਿਹੜਾ ਹੈ? ਉਹ ਨੇਜਾ ਹੈ ਮਹਾਰਾਜ, ਉਹ ਨੇਜਾ ਹੈ ਗਿਆਨ ਦਾ, ਉਹ ਨੇਜਾ ਹੈ ਅਨੁਭਵ ਦਾ। ਤੇ ਜੇਕਰ ਟੇਕ ਦੀ ਗੱਲ ਕਰਦੇ, ਰਾਜੇ ਦੀ ਟੇਕ ਹੈ ਉਹਦੀ ਸੈਨਾ, ਤੇ ਗੁਰੂ ਰਾਮਦਾਸ ਕੋ ਟੇਕ ਹੈ ਨਾਮ ਦੀ। ਇਹਦੇ ਵਿੱਚ ਆਏਗਾ ਸ਼ਬਦ, ਆਏਗਾ ਦੂਸਰੀ ਪੰਕਤੀ, ਇਹਦੇ ਕੋ ਇਹ ਸ਼ਬਦ ਮਹਾਰਾਜ ਇਸ ਤਰੀਕੇ ਨਾਲ ਆਪਾਂ ਲਵਾਂਗੇ, ਫਿਰ ਇਹਦੇ ਅਰਥ ਆਉਣਗੇ। ਆਓ ਆਪਾਂ ਇਹਦੇ ਸ਼ਬਦਾਂ ਨਾਲ ਜੁੜੀਏ, ਇਸ ਦੇ ਅਰਥਾਂ ਨਾਲ ਜੁੜੀਏ। ਮਹਾਰਾਜ ਫਰਮਾਉਂਦੇ, ਪਹਿਲੀ ਪੰਕਤੀ ਹੈ ਸਤਿਗੁਰ ਖੇਮਾ ਤਾਣਿਆ। ਇੱਥੇ ਰੁਕਣਾ ਪਏਗਾ, ਇੰਨੀ ਆਪਾਂ ਵਿਚਾਰ ਕਰ ਲਈਏ। ਸਭ ਤੋਂ ਪਹਿਲਾਂ ਇਹਦੇ ਵੀ ਮੈਂ ਅੱਗੇ ਚੱਲਣਾ, ਦੋ ਹਿੱਸੇ ਕਰਾਂ। ਸਤਿਗੁਰ ਕੌਣ ਹੈ ਜੀ? ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ। ਪਹਿਲੀ ਗੱਲ ਮਨ ਵਿੱਚ ਦ੍ਰਿੜ ਕਰ ਲਈਏ ਕਿ ਜਣਾ ਖਣਾ ਸਤਿਗੁਰ ਨਹੀਂ ਬਣ ਸਕਦਾ। ਸਤਿਗੁਰ ਸਿਰਫ ਉਹੀ ਹੈ ਜਿਹਨੇ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਆਪਣੀ ਸਾਂਝ ਪਾ ਲਈ। ਜਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਤਿਗੁਰ ਕੌਣ ਹੈ? ਜਿਹਦੇ ਵਿੱਚ ਪਰਿਪੂਰਨ ਪਰਮਾਤਮਾ ਨੇ ਆਪਣੇ ਆਪ ਨੂੰ ਟਿਕਾ ਲਿਆ। ਬੇਸ਼ੱਕ ਪੰਜ ਭੂਤਕ ਸਰੀਰ ਹੈ, ਲੇਕਿਨ ਪੰਜ ਭੂਤਕ ਸਰੀਰਾਂ ਦੇ ਵਿੱਚ ਉਹ ਪਰਿਪੂਰਨ ਪਰਮਾਤਮਾ ਜਿਹੜਾ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੇ ਓਨ। ਪਰਮਾਤਮਾ ਨੇ ਆਪਣੇ ਆਪ ਨੂੰ ਸਤਿਗੁਰ ਦੇ ਪੰਜ ਭੂਤਕ ਸਰੀਰਾਂ ਦੇ ਵਿੱਚ ਟਿਕਾ ਲਿਆ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਚਾਹੇ ਤੁਸੀਂ ਸ਼ਬਦ ਪੜੋ ਸਤਿਗੁਰ, ਚਾਹੇ ਸ਼ਬਦ ਪੜੋ ਸਤਿਗੁਰੂ, ਚਾਹੇ ਸ਼ਬਦ ਪੜੋ ਗੁਰੂ, ਇਹ ਤਿੰਨੋਂ ਹੀ ਸ਼ਬਦ ਸਮਾਨ ਅਰਥਕ ਹਨ। ਇਹਨਾਂ ਦੇ ਇੱਕ ਅਰਥ ਹਨ, ਇੱਕ ਰੰਚਕ ਮਾਤਰ ਵੀ ਇਹਨਾਂ ਦੇ ਵਿੱਚ ਫਰਕ ਨਹੀਂ ਹੈ। ਕਿਉਂਕਿ ਮੈਂ ਅਗਲੇ ਪ੍ਰਮਾਣ ਜਿਹੜੇ ਆ ਉਹ ਗੁਰੂ ਸ਼ਬਦ ਨਾਲ ਦੇਣੇ, ਇਸ ਲਈ ਮੈਂ ਪਹਿਲਾਂ ਕਲੀਅਰ ਕਰਤਾ ਵੀ ਸਤਿਗੁਰ ਤੇ ਗੁਰੂ ਵਿੱਚ ਕੋਈ ਵੀ ਫਰਕ ਨਹੀਂ ਹੈ। ਮਹਾਰਾਜ ਅਸੀਂ ਰੋਜ਼ਾਨਾ ਪੜ੍ਹਦੇ ਹਾਂ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ। ਇਹ ਪੜ੍ਹ ਗਏ ਹੈ, ਸੁਣ ਗਏ ਹੈ, ਪਰ ਇਸ ਗੱਲ ਨੂੰ ਨਾ ਅੰਤਰ ਆਤਮਾ ਤੋਂ ਸਵੀਕਾਰ ਕਰੀਏ ਕਿ ਗੁਰੂ ਦੇ ਵਿੱਚ ਇਹ ਅਜ਼ਮਤ ਹੈ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਇਸ ਦੁਨੀਆ ਤੇ ਨਹੀਂ, ਗੁਰੂ ਤਾਂ ਸਤਿਗੁਰ ਤਾਂ ਤੈਨੂੰ ਪਰਲੋਕ ਦੇ ਵਿੱਚ ਵੀ ਜਿਹੜੇ ਤੇਰੇ ਤੋਂ ਵਿਛੜੇ ਹੋਏ ਹਨ ਉਹਨਾਂ ਦੇ ਨਾਲ ਤੇਰਾ ਮਿਲਾਪ ਕਰਵਾ ਦਿੰਦਾ। ਕਿਉਂਕਿ ਸਤਿਗੁਰੂ ਕੌਣ ਹੈ? ਪਰਮਾਤਮਾ ਦੀ ਦਰਗਾਹ ਦਾ ਇੱਕ ਵਕੀਲ ਹੈ। ਜੈਸਾ ਸਤਿਗੁਰੂ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦੜਾਏਂਦਾ ਕੱਟੇ ਹਉਮੈ ਰੋਗ। ਅੰਦਰ ਦਾ ਜਿਹੜਾ ਹੰਕਾਰ ਰੋਗ, ਜਿਹਨੂੰ ਮਹਾਰਾਜ ਕਹਿੰਦੇ ਹਉਮੈ ਦੀਰਘ ਰੋਗ ਹੈ, ਬੜਾ ਵੱਡਾ ਇਹ ਹੰਕਾਰ ਦਾ ਰੋਗ ਹੈ ਜੀ। दारू पी इस
ਮਾਹੇ ਇਹਦਾ ਇਲਾਜ ਹੈ, ਲੇਕਿਨ ਇਲਾਜ ਇਹਦਾ ਤੇਰੇ ਮਰਨ ਤੋਂ ਬਾਅਦ ਨਹੀਂ, ਇਸ ਸਰੀਰਕ ਜਾਮੇ ਦੇ ਵਿੱਚ ਰਹਿੰਦਿਆਂ ਹੋਇਆਂ ਤੂੰ ਇਹਦਾ ਇਲਾਜ ਜਿਹੜਾ ਮਹਾਰਾਜ ਕਹਿੰਦੇ ਮੈਂ ਤੈਨੂੰ ਦੱਸਦਾ ਉਹ ਇਲਾਜ ਕੀ ਹੈ। ਕਿਰਪਾ ਕਰੇ ਜੇ ਆਪਣੀ ਗੁਰ ਕਾ ਸ਼ਬਦ ਕਮਾਏ, ਕਹੇ ਨਾਨਕ ਸੁਨੋ ਜਨੋ, ਇਤ ਸੰਜਮ ਦੁੱਖ ਜਾਏ ਇਤ ਸੰਜਮ। ਖੈਰ ਮੈਂ ਆਪਾਂ ਦੂਸਰੇ ਪਾਸੇ ਆ ਗਏ ਥੋੜਾ ਜਿਹਾ। ਮਹਾਰਾਜ ਫਰਮਾਉਂਦੇ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦਿੜਾਇਂਦਾ ਕੱਟੇ ਹਉਮੈ ਰੋਗ, ਕੱਟੇ ਹਉਮੈ ਰੋਗ। ਇੱਕ ਹੋਰ ਬਚਨ ਜੀ, ਗੁਰੂ ਸਾਡੇ ਅੰਦਰ ਦੇ ਰੋਗ ਕੱਟਦਾ ਹੈ। ਆਸਾ ਕੀ ਵਾਰ ਦਾ ਕੀਰਤਨ ਆਪ ਜੀ ਸੁਣ ਕੇ ਗਏ ਹੋ, ਉਹਦੇ ਵਿੱਚ ਇੱਕ ਪੰਕਤੀ ਹੁੰਦੀ ਹੈ, ਇੱਕ ਪੌੜੀ ਹੁੰਦੀ ਹੈ, ਬਚਨ ਹੁੰਦਾ ਸਤਿਗੁਰੂ ਵੱਡਾ ਕਰ ਸਾ ਲਾਹੀ ਹੈ। ਸਤਿਗੁਰ ਦੀ ਜਦੋਂ ਸਿਫਤ ਕਰਨੀ ਹੈ ਨਾ ਤੇ ਖੁੱਲੇ ਦਿਲ ਨਾ ਕਰੋ, ਸਮਾਂ ਕੱਢ ਕੇ ਕਰੋ। ਸਤਿਗੁਰ ਦੇ ਨਾਲ ਜਦੋਂ ਜੁੜਨਾ, ਇਹ ਨਹੀਂ ਕਿ ਮੈਂ ਸਤਿਗੁਰ ਦੇ ਨਾਲ ਜੁੜਨਾ ਵੀ ਹੈ ਤੇ ਮੈਂ ਜਾ ਕੇ ਧੰਦੇ ਵੀ ਕਰਨੇ। ਮਹਾਰਾਜ ਕਹਿੰਦੇ ਤੂੰ ਪਹਿਲਾਂ ਬਾਹਰਲੇ ਧੰਦੇ ਸਾਰੇ ਕਰਿਆ, ਵਿਹਲਾ ਹੋ ਕੇ ਮੇਰੇ ਕੋ ਆ। ਮਹਾਰਾਜ ਕਹਿੰਦੇ ਸਤਿਗੁਰ ਵੱਡਾ ਕਰ ਸਾ ਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ। ਫਿਰ ਗੁਰੂ ਕਰਦਾ ਕੀ ਹੈ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਇਹ ਸਤਿਗੁਰ ਦੀ ਸਿਫਤ ਹੈ ਜੀ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਬਚਨ ਅਸੀਂ ਪੜ੍ਹਦੇ ਹਾਂ, ਜੇ 100 ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਵੈਸੇ ਕੌਣ ਹੈ? ਸੰਸਕ੍ਰਿਤ ਭਾਸ਼ਾ ਦੇ ਵਿੱਚ ਗੁਰੂ ਦੀ ਜਿਹੜੀ ਪਰਿਭਾਸ਼ਾ ਪਤਾ ਕੀ ਹੈ? ਸ਼੍ਰੋਤੀਅਮ ਬ੍ਰਹਮ ਨਿਸ਼ਟਮ। ਸ਼੍ਰੋਤੀਅਮ ਦਾ ਅਖਰੀ ਅਰਥ ਹੈ ਬਹੁਤ ਵਿਦਵਾਨ, ਜਿਹਦੇ ਕੋਲ ਤੁਸੀਂ ਗੱਲ ਅੱਧੀ ਤੁਹਾਡੇ ਮੂੰਹ ਦੇ ਵਿੱਚ ਹੈ, ਗੁਰੂ ਪਹਿਲਾਂ ਹੀ ਜਵਾਬ ਦੇ ਦਿੰਦਾ। ਬ੍ਰਹਮ ਨਿਸ਼ਟਮ ਦੋ ਹਿੱਸਿਆਂ ਦੇ ਵਿੱਚ। ਸ਼੍ਰੋਤੀਅਮ ਦਾ ਅਖਰੀ ਅਰਥ ਹੈ ਵਿਦਵਾਨ, ਤੇ ਇੰਨਾ ਜ਼ਿਆਦਾ ਵਿਦਵਾਨ ਕਿ ਅਜੇ ਤੱਕ ਤੁਹਾਡੇ ਅੰਦਰ ਦਾ ਫੁਰਨਾ ਹੀ ਆਇਆ ਤੇ ਗੁਰੂ ਪਹਿਲਾਂ ਹੀ ਆਪਣਾ ਹੁਕਮਨਾਮਾ ਕੱਢ ਕੇ ਬੈਠਾ ਹੋਇਆ ਕਿ ਮੇਰਾ ਸਿੱਖ ਆ ਮੰਗਣ ਆ ਰਿਹਾ ਤੇ ਮੈਂ ਇਹਨੂੰ ਆ ਹੁਕਮ ਕਰਨਾ ਹੈ। ਸ਼੍ਰੋਤੀਅਮ। ਦੂਸਰਾ ਬ੍ਰਹਮ ਨਿਸ਼ਟਮ। ਬ੍ਰਹਮ ਨਿਸ਼ਟਮ ਦਾ ਅਖਰੀ ਅਰਥ ਹੈ ਬ੍ਰਹਮ ਦੇ ਵਿੱਚ ਤੇ ਗੁਰੂ ਦੇ ਵਿੱਚ ਰੰਚਕ ਮਾਤਰ ਵੀ ਫਰਕ ਨਹੀਂ, ਜਿਸ ਨੂੰ ਧੰਨ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਕਹਿੰਦੇ ਗੁਰੂ ਗੁਰੂ ਗੁਰ ਗੁਰੂ ਗੁਰੂ ਕਰ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਇਹਦੀਆਂ ਰਹਾਉ ਦੀਆਂ ਪੰਕਤੀਆਂ, ਗੁਰ ਪਰਮੇਸ਼ਰ ਏਕੋ ਜਾਣ, ਗੁਰ ਪਰਮੇਸ਼ਰ ਏਕੋ ਜਾਣ। ਤੇ ਮੈਂ ਬੇਨਤੀ ਕਰਾਂ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਉਸ ਪਰਿਪੂਰਨ ਪਰਮਾਤਮਾ ਦਾ ਸਵਰੂਪ ਸਮਝ ਕੇ ਮੱਥਾ ਟੇਕਾਂਗੇ ਨਾ, ਤੇ ਫਿਰ ਅੰਦਰ ਦੀ ਖੇਡ, ਅੰਦਰ ਦਾ ਰਸ ਕੁਛ ਹੋਰ ਹੋਵੇਗਾ। ਤੇ ਜੇ ਅਸੀਂ ਇਹ ਸੋਚ ਲਿਆ ਕੱਲ ਵੀ ਟੇਕਿਆ ਸੀ, ਪਰਸੋਂ ਵੀ ਟੇਕਿਆ ਸੀ, ਚਲੋ ਸਿਰ ਨਿਵਾ ਦਿੰਨੇ ਆ, ਇੱਕ ਫਾਰਮੈਲਿਟੀ ਹੈ, ਫਿਰ ਸਾਧ ਸੰਗਤ ਜੀ ਨਹੀਂ। ਮਹਾਰਾਜ ਕਹਿੰਦੇ ਗੁਰ ਪਰਮੇਸ਼ਰ ਏਕੋ ਜਾਣ। ਸਤਿਗੁਰ ਕੌਣ ਹੈ? ਸਤਿਗੁਰ ਦੇ ਬਾਰੇ ਆਪਾਂ ਵਿਚਾਰ ਕੀਤੀ। ਮਹਾਰਾਜ ਕਹਿੰਦੇ ਸਤਿਗੁਰ ਖੇਮਾ ਤਾਣਿਆ। ਗੁਰੂ ਰਾਮਦਾਸ ਜੀ ਮਹਾਰਾਜ ਨੇ ਬਖਸ਼ਿਸ਼ ਰੂਪੀ ਜਿਹੜਾ ਚੰਦੋਵਾ ਨਾ, ਉਹ ਉਹਨਾਂ ਨੇ ਤਾਣਿਆ। ਤੇ ਕੱਲੇ ਇੱਕ ਵਾਸਤੇ ਨਹੀਂ ਤਾਣਿਆ ਜੀ, ਪਹਿਲਾਂ ਆਪਾਂ ਇਹ ਵੀ ਗੱਲ ਕਰ ਲਈਏ। ਇਹ ਚੰਦੋਵਾ ਐਸਾ ਹੈ ਸਾਧ ਸੰਗਤ ਜੀ, ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਕਿ ਜਿਸ ਤਰ੍ਹਾਂ ਇੱਕ ਦਰਖਤ ਹੈ, ਉਸ ਦਰਖਤ ਦੀ ਛਾਂ ਹੈ, ਤੇ ਉਸ ਛਾਂ ਦੇ ਥੱਲੇ ਕੋਈ ਗਰੀਬ ਆ ਜਾਵੇ, ਕੋਈ ਅਮੀਰ ਆ ਜਾਵੇ, ਕੋਈ ਰਾਜਾ ਆ ਜਾਵੇ, ਕੋਈ ਭਿਖਾਰੀ ਆ ਜਾਵੇ, ਕੋਈ ਦੁਰਾਚਾਰੀ ਆ ਜਾਵੇ, ਕੋਈ ਪਵਿੱਤਰ ਆਤਮਾ ਆ ਜਾਵੇ, ਛਾਂ ਕਦੀ ਵੀ ਕਿਸੇ ਦੇ ਨਾਲ ਜਿਹੜੀ ਨਾ ਉਹ ਦਵੈਸ਼ ਦੀ ਭਾਵਨਾ ਰੱਖ ਕੇ ਨਹੀਂ। ਬਾਬਾ ਕਬੀਰ ਜੀ ਦਾ ਬਚਨ ਹੈ, ਕਬੀਰ ਤਰਵਰ ਰੂਪੀ ਰਾਮ ਹੈ। ਦਰਖਤ ਦੀ ਗੱਲ ਕਰ ਰਹੇ ਹੈ। ਤਰਵਰ ਦਾ ਅਖਰੀ ਅਰਥ ਹੈ ਦਰਖਤ, ਉਹ ਪਰਮਾਤਮਾ ਇੱਕ ਦਰਖਤ ਦੀ ਨਿਆਈ ਹੈ। ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ, ਛਾਇਆ ਰੂਪੀ ਸਾਧ ਹੈ, ਜਿਨ ਤਜਿਆ ਬਾਦ ਵਿਵਾਦ। ਛਾਇਆ ਰੂਪੀ ਸਾਧ ਹੈ। ਸਾਡੇ ਵਾਦ ਵਿਵਾਦ ਨਹੀਂ ਖਤਮ ਹੁੰਦੇ। ਅਸੀਂ ਉਸ ਦਰਖਤ ਦੇ ਹੇਠਾਂ ਬੈਠਦੇ ਵੀ ਹਾਂ,
पर उस दरख्त की जिहड़ी सिद्धांत है उन्होंने असी नहीं अपनाने, आपां सारे ही इसे कैटागरी विच आउंदे हैं। महाराज कहते सतगुर खेमा तानिया बख्शिश रूपी खेना खेमा। पहला आपां बख्शिश की गल करिए जी। जेहलम की धरती ते एक साखी ना जोड़ा मैं आप जी नूं, गुरु की बख्शिश, गुरु रामदास की बख्शित। जेहलम की धरती ते एक परिवार है, उस परिवार का जिहड़ा मुखी है, पहला उस परिवार का गुजारा बड़ा वधिया चलदा। कुछ समय की मार पई, कुछ समय दियां लफेड़ा पईयां ते वो परिवार गरीब हो गया। वो मुखी जिहड़ा सीगा इतना ज़्यादा दुखी हो गया कि परिवार का जिहड़ा 2 टाइम की रोटी का भी जिहड़ा बंदोबस्त है वो नहीं होया। इतना ज़्यादा दुखी हो गया कि अपने परिवार की 2 टाइम की रोटी का इंतजाम नहीं करन लगा। फिर दोबारा रिपीट करा, बख्शिश की गल, खेमा बख्शिश वाला केड़ा। 2 समय की रोटी का भी जिहड़ा इंतजाम को नहीं हुंदा। दुखी हो गया, दुखी हो के मन विच सलाह कर लई कि मैं आत्म हत्या करके इस संसार तो चलिया जाना, इस संसार तो चलिया जाना, आत्म हत्या करके इस संसार तो चलिया जाना। आत्म हत्या करन जा रहा, रस्ते दे विच कोई मिलिया, कोई रब्बी कह लो, रब्बी रूह मिली। उन्हें पुछया, कहंदे सोमिया किधर नूं चलिया है? कहंदे मैं आत्म हत्या करन चलिया। क्यों करन लगा है? कहंदे तुसी जानदे हो अज तो कुछ समा साल पहला मेरे कोल पैसे भी सी, मैं शानो शौकत ना जिंदगी अपनी बतीत करदा सी, लेकिन अज मेरे हालात देखो, मैं 2 टाइम की बच्चियां की रोटी का भी इंतजाम नहीं कर सकदा। की लेना ऐसी जिंदगी तो मैं आत्म हत्या करनी। उन्होंने कहा, कहंदे तू जिधर आत्म हत्या करन जा रहा, दरिया दे विच छाल मारेगा जां होर तरीके ना करेगा। कहंदे मेरी एक गल मन, थोड़ा जिहा अपना रस्ता कहंदे बदल लै। कहंदे की मतलब है? कहंदे जिधर नूं जा रहा उधरों मूँह घुमा के उधरले पासे पिठ कर लै ते कहंदे गुरु रामदास जी दे चरनां दे विच अमृतसर दी धरती ते चला जा। अमृतसर दी धरती ते कहंदे चलिया जा। कहंदे उत्थे जाके की होवेगा? गुरु 2 दिन मैनू लंगर छका देवेगा, 3 दिन लंगर छका देवेगा, 4 दिन बच्चियां नू लंगर छका देवेगा, मुड़ के ते उथों आउणा ही पैना। कहंदे तू जाके देखता सही। कहंदे मैं उथे की करांगा जाके? कहंदे जो गुरु ने कीता वो काम कहंदे करने शुरू कर। कहंदा गुरु ने की कीता? कहंदे गुरु ने सब तो सस्ता जिहड़ा कारज सी ना वो बचपन दे विच कीता, घुंगणियां बेचणियां शुरू कीतियां। ते तुम ही कहंदे कोई इस तरह का कारज जिहदे विच पैसे नहीं लगते, पैसे बहुत घट लगते, अजिहा कारज शुरू कर लै। आया गुरु रामदास के चरनां विच आया, आ करके बेनती की। उस समय पवित्र सरोवर की जिहड़ी सेवा ना वो चल रही सी। पवित्र सरोवर की सेवा अमृतसर दरबार साहब पवित्र सरोवर की सेवा चल रही सी। जदों सरोवर की सेवा चल रही सी, गुरु रामदास ने कहा, गुरु रामदास जी महाराज सोढी सुल्तान ने कहा, कहंदे सोमिया की गल है? कहंदे आ मेरे हालात है। गुरु साहब ने कहा जा, कहंदे सरोवर के किनारे छाबड़ी ला लै। कहंदे छाबड़ी ला के बैठ। छाबड़ी लाई जी, सवेर तो लैके शाम तक छाबड़ी लाई, दुकान लाई, छोटा जिहा समान रखिया, थोड़ा जिहा बेचना शुरू करता। शाम का समा होया, गुरु साहिब जी आए, आ करके सोमे दे सिर ते हथ रखिया, पुत्र तेरी अज दी वटक की है? कहंदे जी गुरु साहब आ 4 रुपये अज वटे है सारे दिन विच। कहंदे इदां कर 4 रुपये मैनू दे दे, आ जिहड़े मजदूर कहंदे काम कर रहे हैं इन्हां नूं कहंदे मेहनताना देना, इन्हां नूं कहंदे दिहाड़ी देनी। 4 रुपये गुरु दे पावन पवित्र हत्थां दे विच उन्हां ने रख दिते, मत्था टेक दिता। दूजे दिन भी गुरु ने वटक मंगी, तीजे दिन भी गुरु वटक लै गए। हफ्ता इदां ही चलदा रहा। कुछ विद्वान 3 दिन लिखदे, कुछ 4 दिन लिखदे। मन विच शक पैदा हो गया भी आ की होया? भी आया ते असीं बच्चियां दी कमाई करन वास्ते, ते गुरु ते रोज ही शाम नूं वटक लै जांदा। अगला दिन चढ़िया, हुण गुरु ने बख्शिश करनी सी, गुरु ने बख्शिश करनी सी। अगला दिन चढ़िया, अज गुरु साहिब जी ना वटक लैन नहीं आए।
गुरु साहब ਉਹਦੇ ਲਾਗਿਓਂ चुप करके लंघ गए ते सोमे ने देखिया, कहंदे गुरु साहब ने अज वटक नहीं लई ते सोमा जिहड़ा सीगा अपनी वटक लैके दौड़ के गुरु साहब दे सामने हथ जोड़ के खड़ा हो गया। कहंदे गुरु साहब कोई नाराजगी होगी मेरे तो, कोई गलती होगी मेरे तो, तुसी वटक लैन नहीं आए? ते गुरु साहब ने क्या, कहंदे सोमिया अज मैं तेरे को वटक नहीं लैनी। ते सोमा गुरु साहब दे चरनां विच ढह ढेरी हो गया। गुरु साहब ने सोमे नूं उपर चक्किया ते अपने सीने नाल लाया। जदों अपने सीने नाल लाया ते गुरु दे अंदर जिहड़ा नाम दा खजाना सी ना, वो नाम दे खजाने दियां तरंगां सोमे दे अंदर गईयां ते सोमा जिहड़ा सीगा वो तृप्त हो गया। ते गुरु साहब ने कहा, सोमिया अज तो तू सोमा नहीं है, अज तो तू सोमा शाह है, अज तो तेरा नाम बेपरवाह है ते तू शाहां दा शाह है। ते गुरु साहब ने समझाया, कहंदे सोमिया कदी भी जिंदगी दियां लफेड़ां तो हार के कदी भी अपनी जिंदगी नूं जिहड़ा ओ दाते नहीं लाउणा। ये गुरु दी बख्शिश है। सतगुर मेरा मार जिवाले, गुरु बख्शिश करदा है। गुरु सानू मरिया होयां नूं चक के अपने सीने दे नाल ला के गुरु नवीं जिंदगी दे दिंदा है। इत्थे पट साहिबान फरमाउंदे हन, सतगुर खेमा तानिया, सतगुर ने बख्शिश रूपी जिहड़ा खेमा सी ना वो तानिया। एक होर प्रमाण दिया, गुरु ग्रंथ साहब जी महाराज का बचन है जी। वो बचन की है कि गुरु नानक देव जी महाराज ने जिन्हां नूं फिटकार पाई सी ना, कहा सी ना मनमुख है तुसीं नहीं कहंदे रब नाल जुड़ सकदे। ते गुरु अंगद देव जी महाराज ने उन्हां नूं कूड़ियार कह दिता। ते जदों गुरु अमरदास जी महाराज का समा आया ते गुरु अमरदास जी महाराज ने उन्हां दे बारे विचार कीती भी इन्हां विचारियां दा ते कोई कसूर नहीं हैगा। देखो आपां इनू इदां ना समझिए भी गुरु दे आशे दे उलट गुरु अमरदास सोचा, नहीं। गुरु अमरदास ने सोचा कि इन्हां दे उन्होंने विचार कीती, क्योंकि उन्होंने आके मिन्नतां पाईयां गुरु साहब कोल, आके अपनी भुल मंगी। ते गुरु रामदास जी महाराज जदों चौथी पीढ़ी विच आए ना ते उदों गुरु साहब ने उन्हां नूं तार दिता। गुरु ग्रंथ साहब का बचन है, गुर बाबे फिटके से फिटे, अंगद कीते कूड़ियार, गुर तीजी पीढ़ी विचारिया, क्या हथ इन्हां विचारे। इन्हां दे कहंदे हथ विच की है, गुर चौथी पीढ़ी टिकिया, निंदक दुष्ट सब तारे। आ है गुरु दी बख्शिश। जदों असी गुरु दी शरण विच आवांगे ना ते गुरु सानू अपने सीने नाल ला के बख्श देवेगा। ते असी एक उन्हां दा सवैया भी पढ़दे हां, हम अवगुण भरे एक गुण नाही, अमृत छाड़ बिखै बिख खाही, माया मोह भरम पै भूले, सुत दा रासियों प्रीत लगाई, एक उत्तम पंथ सुनियो गुर संगत, तेह मिलंत जम त्रास मिटाई, एक अरदास पाठ की रत की, गुरु रामदास राखो सरनाई। गुरु रामदास जी असी तेरी शरण विच आए हां ते सानू तू अपनी शरण विच जिहड़ा वो रख अपनी जगह दे। महाराज फरमाउंदे सतगुर खेमा तानिया। हुण दूसरे दे अर्थ कर लीए जी, सिफत सलाह दा गुरु साहब ने। साध संगत जी जिहड़ी सिफत आ ना वो साडियां दूरियां नूं मिटाउंदी है। सिफत दूरियां नूं मिटाउंदी है। गुरु ग्रंथ साहब जी महाराज कहंदे, सिफती गंढ पवे दरबार। ते इस तो उपर पंक्ति होंदी है, वो पंक्ति के अर्थ मैं थोड़ा जिहा याद कर दियां। मां ते बाप का झगड़ा हो गया, मां पेकिਆਂ ਨੂੰ चली गई, बाप किसी होर पासे चला गया। उस तो बाद बच्चियां ने की कीता, बच्चियां ने दोनों नूं इकट्ठियां कर दिता, बच्चियां ने दोनों नूं इकट्ठियां कर दिता। जिस पंक्ति आउंदी है, पुत्ती गंढ पवे संसार। ते महाराज अगे कहंदे, सिफती गंढ पवे दरबार। तू गुरु दे दरबार तो टुटिया होया है, गुरु दे दरबार दी सिफत कर, गुरु दे दरबार दी सलाहना कर, ते तेरी दरबार दे नाल बन आवेगी। जिन्हों महाराज कहंदे, सा लाही सा लाहे एती सुरत ना पाईया,
नदियां अते वाह पवे समुंद ना जानिए। महाराज कहंदे सालाही सालाहे ओ सलाउण योग परमात्मा दी कहंदे सिफत कर। ते कहंदे की होवेगा? महाराज कहंदे जिद्दां नदियां ते निके निके नाले जदों वो समुंदर विच पैंदे हन ते वो समुंदर दा ही रूप हो जाते हैं, ते उस तो बाद फिर कोई ये नहीं कह सकता कि ये पानी नाले दा ते ये पानी समुंदर दा। कहंदे इसे तरह तू जदों परमात्मा दी सिफत दे नाल जुड़ेगा ना तू ओदा ही रूप हो जावेगा। तीसरी पंक्ति दे विच महाराज एक रूप होण दी परमात्मा ना अपेता दी गल करदे। सालाही सालाहे एती सुरत ना पाईया नदियां अते वाह पवे समुंद ना जानिए। जो समुंदर विच पैणगे वो अपनी होंद जिहड़ी है वो मिटा देणगे। सतगुर खेमा तानिया दूसरा हिस्सा इहदा जुग जूथ समाने। जुग जूथ समाने इस तिन्ना अखरां दे विचों ना गुरु रामदास जी माफ करना पट साहिबान एकता दी गल करदे है जी, एकता दी गल करदे है। जुग जूथ समाने क्योंकि गुरु रामदास जी महाराज दा खेमा ऐसा है जिहदे थल्ले कोई भी आ जावे। हुण देखो जी आपां दरबार च बैठे हैं गुरु हरकृष्ण पातशाह दे, इत्थे किते बाहर बोर्ड ते लेके ये तां नहीं लाया कि इत्थे मुसलमान ना आवे जां हिंदू ना आवे जां ईसाई ना आवे। ये गुरु नानक दे घर दी बरकत है जी, ये गुरु नानक दे घर दी बरकत है। क्योंकि गुरु नानक देव जी का ही बचन है, कहते नीचा अंदर नीच जात नीची हूँ अत नीच नानक तिनके संग साथ वड्डियां स्यों क्या रीस। कहते मैं हंकारियां तो की लैना, मैनू ते उन्हां नाल प्यार है जिन्हां दे अंदर कहते निमरता है। कहते ते मैं कई बारी बेनती करदा हुन्ना दुनिया दे धर्म दे ठेकेदारां ने जिन्हां नू दुरकारिया ते धन धन गुरु नानक देव जी ने उन्हां नू स्वीकारिया, उन्होंने स्वीकारिया, उन्होंने अपने सीने ना लाया। दुनिया के धर्म के ठेकेदारा ने बाबा रविदास, बाबा नामदेव जी, बाबा कबीर जी इन्हों कित्थे मंदिरां दे विच वड़न दिंदे सीगे। गुरु नानक साहिब जी ने इन्हों क्या कहंदे बाबा रविदास जी, भगत नामदेव जी, भगत कबीर जी तुसी अपनी बाणी मैनू दिओ, सच दी बाणी मैनू दिओ। ये लोग तुहानू मंदिरां विच नहीं वड़न दिंदे, मेरी ही जोत जदों पंजवें जामे दे विच जावेगी तुहानू हरि मंदिर दे अंदर टिका देवेगी। जुग जूथ समाने इकट्ठ कर दिता, इकट्ठ कर दिता। ते असी एक ना मैं परसों रात आसा की वार दी विचार कर रहा सीगा आप जी दे दिल्ली च, उत्थे शब्द आया जोग शब्दंग ते उहदे विच पंक्ति हुंदी है सरब शब्दंग एक शब्द, बस आ चार अखर सरब शब्दंग। सारियां दा धर्म की है एक दे नाल जुड़ना। जदों एक दे नाल जुड़ांगे फिर साडे अंदर एकता आ जाएगी। जेड़े वखरेवे पे हुए है वो जेड़े साडे वखरेवे है वो खत्म हो जाणगे। जुग जूथ समाने इसे नू गुरु ग्रंथ साहिब जी महाराज कहंदे एक पिता एक सके हम बारिक तू मेरा गुर हाई, तू मेरा गुर हाई। महाराज फरमाते हैं अवल अल्लाह नूर उपाया कुदरत के सब बंदे, एक नूर ते सब जग उपजया कौन भले को मंदे। जुग जूथ समाने, जुग जूथ समाने सारे इकट्ठे एको खेमे थले गुरु रामदास जी महाराज ने कर दिते। असी बचन भी पढ़ते हैं सब मह जोत जोत है सोए तिस दे चानन सब मह, कोई भिन्नता नहीं है, कोई फर्क नहीं है, कोई द्वैश नहीं है। गुरु नानक दे घर दे विच गुरुद्वारे विच नहीं कली, तुसी लंगर हाल दे विच जाओ, माफ करना लंगर हाल दे विच भी ये भी नहीं कहा जाता ओए तेरे कपड़े गंदे आ जा परले पासे जाके बह जा, नहीं कहा जाता। मैं तो नहीं सुनिया, नहीं कहा जाता। कहण तो भाव कि ये गुरु नानक दा फलसफा ही है। मैनू जिन्हों महाराज कहते अवल अल्लाह नूर उपाया कुदरत के सब बंदे, एक नूर ते सब जग उपजया कौन भले को मंदे। आओ सारे आपां रल के कहते उस परिपूर्ण परमात्मा की सिफत और सलाह करिए। और जिहड़ा सतगुर ने खेमा ताणिया
उस सतगुर दे खेमे दी जिहड़ी बख्शिश है वो आपां सारे कहंदे रल के प्राप्त करिए। महाराज फरमाउंदे हन सतगुर खेमा ताणिया जुग जूथ समाने। ये हो गया। अगे महाराज फरमाउंदे हन अनपौ नेजा। इत्थे रुकना चाहांगा। अनपौ साध संगत जी दो किस्म का ज्ञान है जी। एक ज्ञान है संसारी ज्ञान, एक ज्ञान है निरंकारी ज्ञान। संसारी ज्ञान किताबां तो पढ़ के प्राप्त होवेगा। संसारी ज्ञान ऐसा है जिवें किसी हौज दे विच भरिया होया पानी है ते जदों उहदी टूटी खुल जाती है तो वह खाली हो जाता है। ठीक है जी, ये संसारी ज्ञान। दूसरा निरंकारी ज्ञान। इस संसारी ज्ञान नूं असी अखरी ज्ञान भी कह लीए ते निरंकारी ज्ञान नूं असी ब्रह्म ज्ञान भी कह लीए ते कोई अत कथनी नहीं होवेगी। अनभौ, इत्थे अनभौ दा अखरी अर्थ की है? वो ज्ञान जिहड़ा भगतां दे गुरुआं दे सीने चों निकलिया होया ज्ञान है। और जिहड़ा संसारी ज्ञान है वो बाहरों अंदर नूं जा रहा, बाहरों अंदर नूं जा रहा, ते जिहड़ा निरंकारी ज्ञान है वो अंदरों बाहर नूं जा रहा। ध्यान नाल सुनियो, अंदरों बाहर नूं जा रहा। संसारी ज्ञान दे नाल इंसान दे विच कोई बदलाव नहीं हुंदा। कोई बदलाव दा मतलब परमात्मा दी दरगाह दे वास्ते कोई तैयारी नहीं हुंदी ओदी। ते जिहड़ा निरंकारी ज्ञान है ਉਹਦੇ ਨਾਲ इंसान दे अंदर बदलाव की गल तां छड्डो, इंसान ही रब का रूप बन जाता है। ਜਿਹਦੇ अंदर फिर ये ब्रह्म का ज्ञान आउंदा है, निकलता है, उन्होंने फिर गुरु ग्रंथ साहब जी महाराज ने ब्रह्म ज्ञानी किया। महाराज ने मन्निया कि ਉਹਦੇ अंदर फिर ब्रह्म का वासा हो गया। ब्रह्म ज्ञान दे करके वो ब्रह्म ज्ञानी बन गया। जदों वो ब्रह्म ज्ञानी बन गया ਉਹਦੇ अंदर ब्रह्म का वासा हो गया। इत्थे धन धन गुरु अर्जुन देव जी महाराज की सिफत और सलाह दे विच पट साहिबान फरमाउंदे हन पर तछ हृदय गुरु अर्जुन के हर पूर्ण ब्रह्म निवास लियो। क्योंकि गुरु अर्जन देव जी महाराज नूं पहला ਜਿਹੜੇ ਪਹਿਲੇ ਸਵਈਏ ਉਹਦੇ ਵਿੱਚ ਪਟ ਸਾਹਿਬਾਨ ਫਰਮਾਉਂਦੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੁਸੀਂ ਜਨਮ ਤੋਂ ਹੀ ਗੁਰੂ ਦੀ ਮੱਤ ਲਈ ਹੈ ਔਰ ਬ੍ਰਹਮ ਦੇ ਨਾਲ ਤੁਹਾਡੀ ਪਹਿਚਾਨ ਹੈ। ਬ੍ਰਹਮ ਤੁਹਾਡੇ ਅੰਦਰ, ਇਸੇ ਲਈ ਪਟ ਸਾਹਿਬਾਨ ਫਿਰ ਦੁਬਾਰਾ ਉੱਥੇ ਆਵਾਂ। ਬ੍ਰਹਮ ਗਿਆਨ ਜਿਹਦੇ ਕੋਲ ਹੋਏਗਾ ਉਹ ਬ੍ਰਹਮ ਗਿਆਨੀ ਹੋਏਗਾ। ਜਿਹੜਾ ਬ੍ਰਹਮ ਗਿਆਨੀ ਹੋਏਗਾ ਉਹਦੇ ਅੰਦਰ ब्रह्म का वासा होएगा। फिर जिहदे अंदर ब्रह्म का वासा होएगा ना ते फिर उहदे अंदरों जिहड़ी विचार निकलेगी ना वो विचार भी ब्रह्म की विचार होवेगी। जिन्हों महाराज कहंदे लोक जाने यह गीत है। लोकी कहंदे बाबा कबीर गाने गा रहा, एक जोत एका मिली किंबा होए महोए जितकट नाम ना उपजै फूट मरे जन सोए सावल सुंदर रामैया मेरा मन लागा तोए। ते उहदे विच महाराज पंक्ति कहंदे जदों बाबा कबीर जी नूं ब्रह्म दे विचार आउण लग पे ना ते ब्रह्म दी गल्लां करन लग पे ते बस आसे पासे दे कहंदे इहदे गाने गा रहा ते उत्थे फिर बाबा कबीर जी कहंदे लोक जाने यह गीत है ये तो ब्रह्म विचार ज्यों कांसी उपदेश होए मानस मरती बार। फिर दोबारा उत्थे आवां ब्रह्म ज्ञान दे नाल ब्रह्म ज्ञानी दे अंदर ब्रह्म दा वासा ते उहदे अंदरों जिहड़े विचार आउणगे वो ब्रह्म दे विचार आउणगे ते जिहदे अंदरों फिर ब्रह्म दे विचार आउणगे ना उन्नू फिर कहना पवेगा, उन्नू फिर कहना पवेगा, उन्नू की कहना पवेगा कि बलियो चिराग अंधियार में सब कल उदरी एक नाम धर्म प्रगट सगल हर भवन में जन नानक गुर ब्रह्म। गुरु नानक देव जी कौन हन? पार ब्रह्म दा ही कहंदे रूप हन। और साध संगत जी धन धन गुरु ग्रंथ साहब जी महाराज विच जितना भी ज्ञान है, जितनी भी विचार है, ये सारा अनुभवी ज्ञान है। ये महापुरुषां दे सीने चों पाड़ के निकलिया होया ज्ञान है। उन्हां दे हिरदे चों निकलिया होया ज्ञान महाराज इत्थे फरमाउंदे। गुरु रामदास जी महाराज कोल की है? अनभौ नेजा। हुण इत्थे थोड़ा जिहा आपां ना नेजे नूं भी देख लईए भी नेजा क्यों शब्द वरतिया।
ਨੇਜੇ ਦਾ ਅਗਲਾ ਪਾਸਾ ਹੁੰਦਾ ਨੁਕੀਲਾ। ਇਸੇ ਨੇਜੇ ਨੂੰ ਬਾਬਾ ਕਬੀਰ ਜੀ ਤੀਰ ਕਹਿੰਦੇ ਪਏ ਆ। ਤੀਰ ਦਾ ਵੀ ਅਗਲਾ ਪਾਸਾ ਤਿੱਖਾ ਹੁੰਦਾ। ਇਸੇ ਨੂੰ ਤਿੱਖੇ ਪਾਸੇ ਵਾਲੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਖੰਨਾ ਕਹਿੰਦੇ ਪਏ ਆ। ਮੈਂ 3 ਪ੍ਰਮਾਣ ਆਪ ਜੀ ਦੇ ਅੱਗੇ ਰੱਖਾਂ। ਬਾਬਾ ਕਬੀਰ ਜੀ ਦਾ ਪਹਿਲਾ ਪ੍ਰਮਾਣ, कबीर सतगुरु सूर में बाह्या बाण जो एक, बाण मैंने तीर, कबीर सतगुरु सूर में बाह्या बाण जो एक, लागत ही पोई गिर परिया परा कलेजे शेक। एक तिखी चीज होवेगी, किसी इंसान नू मारन वास्ते तिखी चीज की लोड़ है, अगर अगों खुंडी होवेगी उन्होंने नहीं मार सकते। इसे तरह ज्ञान जिहड़ा वो तिखा है, वो ज्ञान तिखा की करता, साडे अंदर दे जिहड़े विकार है उन्होंने मारन वास्ते तिखी चीज की लोड़ है, जिन्हों बाबा कबीर जी कहते कबीर सतगुरु सूर में बाह्या बाण जो एक, लागत ही पोई गिर परिया परिया करेजे शेक। ते गुरु अर्जन देव जी कहते गरीबी गदा हमारी, मैं एक हाथ विच कहते गदा फड़ी हुई है, एक हाथ विच की फड़ी हुई है गदा। गरीबी और गदा मेरे को केड़ी है, गरीबी दी, निमरता दी। गरीबी गदा हमारी, खन्ना सगल रेन शारी, ते दूजे हथ विच मैं खंडा पकड़िया होया। हुण जिहड़ा खंडा है उहदा पासा तिखा होवेगा जी। खंडा कदी तिखे वाले पासे तो बगैर हुंदा ही नहीं। महाराज बाबा गुरु अर्जन देव जी महाराज, गरीबी गदा हमारी, खन्ना सगल रेन शारी। फिर अगे कहंदे आ इहदे अगे कोई भी विकारी विकारी ये अगे आ जाए ना, वो ये अगे कहते इसका मुकाबला नहीं कर सकता, ये अगे टिक नहीं सकता। महाराज इत्थे फरमाउंदे अनपौ नेजा, गुरु रामदास जी महाराज कोल जिहड़ा नेजा है वो नेजा है ज्ञान दा। वो नेजा किहड़ा है, ज्ञान दा नेजा। ते जिन्हों महाराज कहते ज्ञान जदों वंडदे है ते जो भी उन्हां दे कोल आउंदा गुरु रामदास जी दे कोल, ਉਹਦੇ ਅੰਦਰੋਂ ਗਿਆਨ ਦੇ ਨਾਲ, ਬ੍ਰਹਮ ਵਿਚਾਰ ਦੇ ਨਾਲ, ਉਹਦੇ ਅੰਦਰ ਦੀ ਜਿਹੜੀ ਮੈਲ ਹੈ ਨਾ, ਜਿਹਨੂੰ ਅਸੀਂ ਹੁਣੇ ਹੀ ਸ਼ਬਦ ਲਿਆ ਸੀ ਹਮ ਅੰਧੁਲੇ, ਇਹ ਵੀ ਸ਼ਬਦ ਗੁਰੂ ਰਾਮਦਾਸ ਜੀ ਮਹਾਰਾਜ ਦਾ। ਹਮ ਅੰਧੁਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੇ ਗੁਰ ਚਾਲੀ, ਕਿਉਂ ਚਾਲੇ ਗੁਰ ਚਾਲੀ। ਸਤਿਗੁਰ ਦਇਆ ਘਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ। ਤੇ ਸਾਨੂੰ ਆਦੇਸ਼ ਕੀਆ गुरसिख मीत चलो गुर चाली, जो गुर कहे सोई भल मानो। जो तेनू गुरु कहंदा पिया ना, वो तू कहंदे भाना करके उस गल नू मन। महाराज फरमाउंदे अनपौ नेजा नाम टेक, ते नाम दा आसरा है जी। साध संगत जी, एक विद्वान पता की कहंदा, कहंदा मैं बहुत ग्रंथां दा अध्ययन कीता, दुनिया के ग्रंथां दे विच घरां दीयां कहानियां लिखियां होईयां, मेरे कोल अथेंटिकेटेड वीडियो पई है। क्योंकि कोई भी गल गुरु की हजूरी दे विच झूठ नहीं, अपने कोलों नहीं। क्योंकि अपने कोलों गल करांगे ते असीं पापां दे भागी होवांगे। ते वो कहंदा मैं बहुत सारे ग्रंथां दा अध्ययन कीता, पर जदों मैं धन धन गुरु ग्रंथ साहब जी महाराज दा अध्ययन कीता ना, ਇਹਦੇ ਵਿੱਚ ਸਿਰਫ ਤੇ ਸਿਰਫ ਕਹਿੰਦਾ ਨਾਮ ਦੀ ਗੱਲ ਕੀਤੀ ਹੈ, ਦੂਜੀ ਗੱਲ ਨਹੀਂ। ਤੇ ਮਹਾਰਾਜ ਵੀ ਕਹਿੰਦੇ ਨਾਨਕ ਕਹਿ ਕਰ ਕੇਵਲ ਨਾਮ। ਗੁਰੂ ਨਾਨਕ ਦੇ ਘਰ ਵਿੱਚ ਨਾਮ ਦੀ ਗੱਲ ਹੈ ਕਰੀ, ਔਰ ਨਾਮ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਤਮਾ ਦੀ ਦਰਗਾਹ ਤੋਂ ਲੈ ਕੇ ਆਏ। ਅਸੀਂ ਬਚਨ ਵੀ ਪੜ੍ਹਦੇ ਹਾਂ, ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣ ਆਈ। आ गल ते पंक्ति दे ख्याल दिओ, वड्डे भाग हरस्यों बन आई। आम तौर ते कहने आ साडी गुरु नहीं मनदा। गुरु नानक देव जी नूं पुछो, भाई गुरदास नूं पुछो गुरु नानक दी किद्दां बनी, कहंदे भारी करी तपस्या। असीं रेडीमेड काम भालदे हां, किराए वाला काम भालदे हां, नहीं बननी, खुद मेहनत करनी पैनी है। भारी करी तपस्या, वड्डे भाग हरस्यों बन आई। बाबा पैंदा सचखंड, गुरु नानक देव जी सचखंड गए है ते लैके 3 चीज़ां आए है, नौ निध, नाम, गरीबी पाई, जिस नाम दा आसरा। ते गुरु अर्जन देव जी कहंदे मैनू तां आसरा ही नाम दा, कहंदे तर जीअरे एक टेक तू, लाहे बिडानी आस, नानक नाम ध्याई है। नानक नाम ध्याई है, एक ते टेक दी गल करदे आ ते दूजा नाम दा दस रहा फायदा।
कारज आवे रास। कहंदे सिखा तेरे हर कारज जिहड़े आ ना वो हो जाणगे, तू नाम ना कहंदे जुड़ जा। अनपौ नेजा नाम टेक जित भगत अघाने, जिहदे नाल भगत जिहड़े आ वो रज जांदे आ। समा थोड़ा रह गया, मैं एक प्रमाण दियां। भगतां दे रजण दा मतलब की है जी? नाम दे नाल ते भगत आखिरी सवास तक नहीं हो रजदा। भगत रजदे है दुनियावी पदार्थां तो, जिन्नू महाराज कहंदे साचा नाम मेरा आधारो, साच नाम आधार मेरा जिन भुखा सब गवाइयां। भगत कहंदा परमात्मा मैं तेरी सिफत सलाह करना चाहुंदा, पर करां कि मेरी जीभ एक है, मेरी जीभ एक है। लाख जिहवा दे हो मेरे प्यारे, हे परिपूर्ण परमात्मा मैनू लखां जीभां दे। ते इनू ही असी जपजी साहब च पढ़दे हां, एक दू जिबो लख होए, लख होवे लख 20, लख लख गेड़ा आखिए एक नाम जगदीश, एक नाम जगदीश। हे परिपूर्ण परमात्मा मेरियां एक तो लखां जीभां जे हो जाना, ते मैं लखां जीभां दे नाल भी तेरी सिफत ते सलाह करा। बाबा फरीद जी बचपन दे विच उन्हां दी मां कहंदी पुत्त परमात्मा दा नाम लिया कर, अल्लाह दे नाल जुड़िया कर, मां की मिलूगा तेनू? शक्कर मिलूगी। मां मैनू शक्कर मिलेगी? कहंदे हां मां। मां कहंदी पुत्त तेनू शक्कर मिलेगी। मां ने इसे तरह रोजाना बाबा फरीद जी ने अल्लाह दे नाल जुड़ना, मां ने मुसल्ले दे थले शक्कर रख देनी। एक ऐसा समा आया मां ने देखिया पुत्त शक्कर नहीं खाधी। नहीं मां मैं नहीं खाधी। की होया मां? अज मिठास ही बड़ी आई है, ये जेड़े दुनियावी पदार्थ है इन्हां तो मैं रज गया। भगत अघाने इन्हां तो मैं रज गया। ते बाबा फरीद जी कहंदे आ शक्कर खंड निवात गुड़, माखियो माझा दुध सभे वस्तु मिठियां। मां ये सारियां मिठियां हन, पर इन्हां तो मैं रज चुका हां। शक्कर खंड निवात गुड़, माखियो माझा दुध सभे वस्तु मिठियां। रब ना पुजन, रब ना पुजन। ते गुरु अर्जुन देव जी महाराज भी रब की मिठास की गल करते हैं। कहते गुसाई मिहिंडा इठड़ा अम अब्बे थामो मिठड़ा। कहते रब हे परमात्मा की मिठास मेरे मां की बोली ते मेरे परमात्मा मेरे बापू के प्यार दे नालों कहते मिठास है, कहते उहदे नाल भी मिठास है। कहते गुसाई मिहिंडा इठड़ा अम अब्बे थामो मिठड़ा। इत्थे महाराज फरमाउंदे हन अनभव नेजा नाम टेक जित भगत अघाने, नानक भगतां भुख सा लाहन सच नाम आधार। भगतां दे अंदर फिर एक पासे ते रज गए, हुण दूजी भुख लग गई है नाम दी भुख। एक होर प्रमाण दिया, मारू मीह ना तृप्तिया अग्गी लहे ना भुख, राजा राज ना रज्या, सायर के सुख सायर भरे के सुख, नानक सच्चे नाम की केती पुछा पुछ। कहंदे जिस तरह मारू थल दे उपर जिन्ना मर्जी मीह पै जावे ਉਹ ਨਹੀਂ ਉਹ ਕਹਿੰਦੇ ਰੱਜਦਾ। ਕਹਿੰਦੇ ਅੱਗ ਦੇ ਵਿੱਚ ਬਾਲਣ ਜਿੰਨਾ ਮਰਜ਼ੀ ਪਾ ਦੋ ਅੱਗ ਨਹੀਂ ਰੱਜਦੀ। ਰਾਜਾ ਕਹਿੰਦੇ ਰਾਜ ਕਰਨ ਤੋਂ ਨਹੀਂ ਰੱਜਦਾ। ਤੇ ਜਿਹੜੇ ਦਰਿਆ ਨਾ ਉਹਨਾਂ ਤੇ ਜਿੰਨੀ ਮਰਜ਼ੀ ਤਪਸ਼ ਪੈ ਜਾਵੇ ਉਹਨਾਂ ਦਾ ਪਾਣੀ ਸਾਰਾ ਨਹੀਂ ਸੁੱਕਦਾ। ਇਸੇ ਤਰ੍ਹਾਂ ਨਾਨਕ ਸੱਚੇ ਨਾਮ ਕੀ, ਜਿਹੜੇ ਭਗਤਾਂ ਦੇ ਅੰਦਰ ਸੱਚੇ ਨਾਮ ਦੀ ਭੁੱਖ ਲੱਗਦੀ ਨਾ, ਕਹਿੰਦੇ ਦੁਨੀਆ ਦੇ ਇਨਸਾਨ ਕੌਣ ਹਨ ਜਿਹੜੇ ਉਹਦੀ ਕਹਿੰਦੇ ਵਿਆਖਿਆ ਕਰ ਸਕਦੇ ਹਨ। ਕਿਹਨੂੰ ਪੁੱਛੀਏ? ਇਹ ਤੇ ਭਗਤਾਂ ਨੂੰ ਪੁੱਛੀਏ। ਸੱਚ ਮਾਫ ਕਰਨਾ ਪੰਕਤੀ ਹੈ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਤ੍ਰਿਪਤ ਭਈ किस तरह तृप्त होए हैं? जदों सच्चे भोजन नाल जुड़े। महाराज फरमाउंदे अनभव नेजा नाम टेक जित भगत अगाने, गुरु नानक अंगद अमर भगत हर संग समाने। गुरु नानक देव जी, गुरु अमरदास जी, गुरु अंगद देव जी दे सारे भगत वो परमात्मा दा ही कहंदे रूप हो गए। यह राज जोग गुरु रामदास तुम हूं रस जाने। ये जेड़ा राज जोग है गृहस्थी दे विच रहिंदियां होयां भी परमात्मा नाल जुड़ना, इहदे बारे गुरु रामदास जी तुसी ही दस सकदे हो। इन्नियां को बेनतियां प्रवान करनियां, होइयां भुल्लां चुकां खिमा करनियां। बहुत बहुत धन्नवाद है गुरुद्वारा साहिब दी प्रबंधक कमेटी दा, तह दिलों धन्नवाद है इत्थों दी वजीर भाई साहब भाई रणजीत सिंह जी सिंह साहब साडे अजीज, और धन धन गुरु ग्रंथ साहब जी महाराज दा कोटान कोट धन्नवाद। आईयां होईयां संगतां दा धन्नवाद। भुल्लां चुकां खिमा करनियां,
ਭੁੱਲਾਂ ਮੇਰੀ ਝੋਲੀ ਵਿੱਚ ਪਾ ਦੇਣੀਆਂ। ਅਗਰ ਕੋਈ ਆਪ ਜੀ ਨੂੰ ਗੱਲ ਅੱਛੀ ਲੱਗੀ ਹੋਵੇ ਉਹ ਆਪ ਜੀ ਲੈ ਜਾਣੀ। ਇੰਨੀਆਂ ਕੋ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ